ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਹਾਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਏਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਏਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਪੰਜਾਬ ਦੇ ਲੋਕਾਂ ਲਈ ਖੁਸ਼ਖਬਰੀ। 15 ਅਕਤੂਬਰ ਤੋਂ ਕੈਨੇਡਾ ਲਈ ਉਡਾਣਾਂ ਭਰਨਾ ਹੋਣ ਵਾਲਾ ਹੈ ਆਸਾਨ। ਆਸਟ੍ਰੇਲੀਆ ਵੱਲੋਂ ਵਿਦੇਸ਼ੀ ਨਰਸਾਂ ਤੇ ਡਾਕਟਰਾਂ ਨੂੰ ਵੀਜ਼ੇ ਦੇਣ ਦੀ ਯੋਜਨਾ। ਤਾਲਿਬਾਨ ਦੀ यूएस ਨੂੰ ਚੇਤਾਵਨੀ। ਨਵੀਂ ਅਫਗਾਨ ਸਰਕਾਰ ਨੂੰ ਅਸਥਿਰ ਕਰਨ ਦੀ ਨਾ ਕਰੇ ਕੋਸ਼ਿਸ਼। ਸਰਦੀਆਂ ਵਿੱਚ ਅਮਰੀਕਾ ਨੂੰ ਮਿਲੇਗੀ ਰਾਹਤ। ਕਰੋਨਾ ਨਾਲ ਘੱਟ ਹੋਵੇਗੀ ਲੋਕਾਂ ਦੀ ਮੌਤ। ਡਾਕਟਰ ਫੌਚੀ। ਨਿਊਯਾਰਕ ਕਰੋਨਾ ਵੈਕਸੀਨ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਤੇ ਕਾਰੋਬਾਰਾਂ ਨੂੰ ਜੁਰਮਾਨਾ। ਅਮਰੀਕਾ ਓਰੇਗਨ ਵਿੱਚ ਵੱਡੀ ਗਿਣਤੀ 'ਚ ਭੰਗ ਦੇ ਪੌਦੇ ਕੀਤੇ ਗਏ ਜ਼ਬਤ। ਕੈਲੀਫੋਰਨੀਆ ਦੇ ਗਵਰਨਰ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਮੀਡੀਆ ਦੀ ਸੁਰੱਖਿਆ ਲਈ ਬਿੱਲ ਤੇ ਕੀਤੇ ਦਸਤਖਤ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। इस महीने टोरंटो लिए उड़ान भरन की योजना बना रहे मुसाफिरां लिए खुशखबरी है। ताज़ा जानकारी अनुसार कैनेडा की सब तो वड्डी एयरलाइन एयर कैनेडा ने 15 अक्तूबर तो टोरंटो दिल्ली विचकार फ्लाइट सेवावां वधाउण दा फैसला किया है। इसका मतलब है कि हुण दिल्ली टोरंटो विचकार फ्लाइट लैण लई लंबा इंतजार नहीं करना पएगा। कैनेडा ट्रांसपोर्टेशन एजेंसी ने 15 अक्तूबर 2021 तो 26 मार्च 2022 तक टोरंटो ते दिल्ली विचकार 3 होर हफ्तावारी फ्लाइटां नूं चलाउण दी इजाजत दे दित्ती है। 26 सितंबर 2021 नूं कनेडा तो भारत ਲਈ अपनी रोजाना सीधी उड़ान सेवा शुरू करन तो बाद एयर कैनेडा ਵੱਲੋਂ ਇਹ फैसला लिया गया। ताज़ा जानकारी मुताबक एयरलाइन मॉन्ट्रियल तो दिल्ली लिए नवा नॉन स्टॉप फ्लाइट शुरू करने की योजना बना रही है। पिछले महीने कैनेडा ने भारत तो सीधी यात्रा उड़ाणा ते 1 महीने की पाबंदी हटा दी सी, जो कि कोरोना महामारी कारण लगाई गई सी। 27 सितंबर नूं सारियां उड़ाणां नूं मुड़ तो शुरू कर दिता गया। ਭਾਰਤ ਤੋਂ ਕੈਨੇਡਾ ਜਾਣ ਵਾਲੇ ਯਾਤਰੀਆਂ ਨੂੰ ਟਰਾਂਸਪੋਰਟ ਕੈਨੇਡਾ ਵੱਲੋਂ ਪਹਿਲਾਂ ਤੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਕੋਵਿਡ ਪ੍ਰੋਟੋਕਾਲਾਂ ਦੀ ਪਾਲਣਾ ਕਰਨੀ ਹੋਏਗੀ। ਆਸਟ੍ਰੇਲੀਆ ਦੀਆਂ ਕੌਮਾਂਤਰੀ ਸਰਹੱਦਾਂ ਅਸਥਾਈ ਤੌਰ ਤੇ ਮੁੜ ਖੋਲੀਆਂ ਜਾਣਗੀਆਂ ਤਾਂ ਜੋ 2000 ਤਜਰਬੇਕਾਰ ਵਿਦੇਸ਼ੀ ਨਰਸਾਂ ਅਤੇ ਡਾਕਟਰਾਂ ਨੂੰ ਦੇਸ਼ ਵਿੱਚ ਲਿਆਂਦਾ ਜਾ ਸਕੇ। ਮੁਲਕ ਵਿੱਚ ਸਿਹਤ ਸੰਭਾਲ ਸਟਾਫ ਦੀ ਘਾਟ ਦੇ ਸੰਕਟ ਨੂੰ ਟਾਲਣ ਲਈ ਇਹ ਯੋਜਨਾ ਬਣੀ ਹੈ। ਆਸਟ੍ਰੇਲੀਆ ਦੇ ਸਿਹਤ ਮੰਤਰੀ ਗ੍ਰੈਗ ਹੰਟ ਨੇ ਕਿਹਾ ਕਿ ਡਾਕਟਰ ਅਤੇ ਨਰਸਾਂ ਜਿਨ੍ਹਾਂ ਨੇ ਪਹਿਲਾਂ ਤੋਂ ਆਸਟ੍ਰੇਲੀਆ ਵਿੱਚ ਆਉਣ ਲਈ ਅਰਜ਼ੀ ਦਿੱਤੀ ਸੀ ਉਹਨਾਂ ਨੂੰ ਪਹਿਲ ਦੇ ਤੌਰ ਤੇ ਵੀਜ਼ਾ ਮਿਲੇਗਾ। ਇਹਨਾਂ ਵਿੱਚ ਭਾਰਤੀ ਡਾਕਟਰ ਤੇ ਨਰਸਾਂ ਵੀ ਸ਼ਾਮਲ ਨੇ। ਆਸਟ੍ਰੇਲੀਆ ਹਰੇਕ ਸਾਲ ਲੋੜ ਅਨੁਸਾਰ ਸਿੱਖਿਅਤ ਆਵਾਸ ਯੋਜਨਾ ਤਹਿਤ PR ਦੇ ਪੱਕੇ ਵੀਜ਼ੇ ਰਾਹੀਂ ਵਿਦੇਸ਼ਾਂ ਤੋਂ ਹੁਨਰਮੰਦਾਂ ਨੂੰ ਆਵਾਸ ਦਿੰਦਾ ਹੈ। ਸਿਡਨੀ ਅਤੇ ਮੈਲਬੌਰਨ ਦੇ ਹਸਪਤਾਲ ਕੋਵਿਡ-19 ਦੇ ਮਰੀਜ਼ਾਂ ਨਾਲ ਭਰੇ ਹੋਏ ਨੇ। ਅਗਲੇ 6 ਮਹੀਨਿਆਂ ਵਿੱਚ ਸਿਹਤ ਸੰਭਾਲ ਨੂੰ ਹੋਰ ਮਜ਼ਬੂਤ ਕੀਤੇ ਜਾਣ ਦੀ ਯੋਜਨਾ ਹੈ, ਜਿਨ੍ਹਾਂ ਵਿੱਚ ਉਪਨਗਰ ਖੇਤਰੀ ਹਸਪਤਾਲਾਂ ਅਤੇ ਜਨਰਲ ਕਲੀਨਿਕਾਂ ਦਾ ਸੁਧਾਰ ਕਰਨਾ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਪ੍ਰਮੁੱਖ ਸੂਬੇ ਨਿਊ ਸਾਊਥ ਵੇਲਸ ਤੋਂ ਬਾਅਦ ਵਿਕਟੋਰੀਆ ਵਿੱਚ ਕੋਰੋਨਾ ਦੀ ਦੂਜੀ ਲਹਿਰ ਡੈਲਟਾ ਦਾ ਕਹਿਰ ਹੈ। ਪਿਛਲੇ 4 ਮਹੀਨਿਆਂ ਤੋਂ ਸਿਡਨੀ ਵਿੱਚ ਤਾਲਾਬੰਦੀ ਹੈ। ਸੂਬੇ 'ਚ ਪਹਿਲੀ ਕੋਵਿਡ ਵੈਕਸੀਨ ਦੀ ਖੁਰਾਕ 90% ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ। ਕੁਝ ਖੇਤਰਾਂ ਵਿੱਚ ਸਿਡਨੀ 11 ਅਕਤੂਬਰ ਨੂੰ ਖੁੱਲ੍ਹ ਰਿਹਾ ਹੈ। ਕਾਬੁਲ ਤੇ ਕਬਜ਼ੇ ਦੇ ਬਾਅਦ ਪਹਿਲੀ ਵਾਰ ਅਮਰੀਕੀ ਅਤੇ ਤਾਲਿਬਾਨੀ ਅਧਿਕਾਰੀਆਂ ਦੀ ਮੁਲਾਕਾਤ ਹੋਈ। ਇਸ ਮੁਲਾਕਾਤ ਵਿੱਚ ਤਾਲਿਬਾਨ ਨੇ ਅਮਰੀਕਾ ਨੂੰ ਕਈ ਧਮਕੀਆਂ ਦੇ ਦਿੱਤੀਆਂ। ਤਾਲਿਬਾਨ ਅਤੇ ਅਮਰੀਕਾ ਦੇ ਵਿੱਚ ਕਤਰ ਦੀ ਰਾਜਧਾਨੀ ਦੋਹਾ ਵਿੱਚ ਕਈ ਅਹਿਮ ਮੁੱਦਿਆਂ ਤੇ ਗੱਲ ਕੀਤੀ ਗਈ, ਪਰ ਤਾਲਿਬਾਨ ਨੇ ਅਮਰੀਕਾ ਸਾਹਮਣੇ ਕਈ ਮੰਗਾਂ ਬਹੁਤ ਸਖਤੀ ਨਾਲ ਰੱਖੀਆਂ। ਤਾਲਿਬਾਨ ਨੇ ਦੋ ਟੂਕ ਕਿਹਾ ਹੈ ਕਿ ਅਮਰੀਕਾ ਅਫਗਾਨਿਸਤਾਨ ਵਿੱਚ ਉਸਦੀ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਨਾ ਕਰੇ। ਅਗਸਤ ਵਿੱਚ ਕਾਬੁਲ ਤੇ ਕਬਜ਼ੇ ਦੇ ਬਾਅਦ ਕਤਰ ਵਿੱਚ ਪਹਿਲੀ ਵਿਅਕਤੀਗਤ ਬੈਠਕ ਦੌਰਾਨ ਤਾਲਿਬਾਨ ਨੇ ਸੰਯੁਕਤ ਰਾਜ ਅਮਰੀਕਾ ਨੂੰ ਅਫਗਾਨਿਸਤਾਨ ਦੇ ਕੇਂਦਰੀ ਬੈਂਕ ਦੇ ਫਰੀਜ਼ ਕੀਤੀ ਗਈ ਰਾਸ਼ੀ ਨੂੰ ਜਲਦੀ ਜਾਰੀ ਕਰਨ ਲਈ ਕਿਹਾ ਹੈ। ਦੋਹਾਂ ਪੱਖਾਂ ਨੇ ਸ਼ਨੀਵਾਰ ਨੂੰ ਦੋਹਾਂ ਵਿੱਚ ਆਪਣੇ ਰਿਸ਼ਤਿਆਂ ਨਾਲ ਇੱਕ ਨਵਾਂ ਅਧਿਆਇ ਸ਼ੁਰੂ ਕਰਨ ਲਈ ਪਹਿਲੀ ਬੈਠਕ ਕੀਤੀ। ਇਸ ਬੈਠਕ ਵਿੱਚ ਤਾਲਿਬਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਭਾਈਚਾਰੇ ਨਾਲ ਜੁੜਨਾ ਚਾਹੁੰਦੇ ਹਨ ਅਤੇ ਤਾਲਿਬਾਨ ਕਿਸੇ ਵੀ ਦੇਸ਼ ਦਾ ਪੱਖ ਲੈਣ ਲਈ ਕਿਸੇ ਵੀ ਦੇਸ਼ ਦੇ ਖਿਲਾਫ ਨਹੀਂ ਹੋਏਗਾ। ਵੌਇਸ ਆਫ ਅਮਰੀਕਾ ਦੀ ਰਿਪੋਰਟ ਮੁਤਾਬਕ ਅਮਰੀਕਾ ਨੂੰ ਬੈਠਕ ਦੌਰਾਨ ਤਾਲਿਬਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਅਮਰੀਕਾ ਨਾਲ ਬੈਠਕ ਵਿੱਚ ਇੱਕ ਦੂਜੇ ਨਾਲ ਸਕਾਰਾਤਮਕ ਸੰਬੰਧ ਬਣਾਉਣ ਦੀ ਲੋੜ ਤੇ ਗੱਲ ਕੀਤੀ ਗਈ ਅਤੇ ਤਾਲਿਬਾਨ ਵੱਲੋਂ ਅਫਗਾਨਿਸਤਾਨ ਦੇ ਸਾਹਮਣੇ ਆਏ ਮੁਸ਼ਕਲ ਹਾਲਾਤ ਦਾ ਮੁੱਦਾ ਚੁੱਕਿਆ ਗਿਆ।
ਇਸ ਦੇ ਨਾਲ ਹੀ ਅਮਰੀਕਾ ਨੂੰ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਰਿਜ਼ਰਵ ਬੈਂਕ ਦੀ ਜਿਹੜੀ ਰਾਸ਼ੀ ਅਮਰੀਕਾ ਨੇ ਫ੍ਰੀਜ਼ ਕੀਤੀ ਹੋਈ ਹੈ ਉਸ ਨੂੰ ਉਹ ਜਾਰੀ ਕਰੇ ਤਾਂ ਜੋ ਅਫਗਾਨਿਸਤਾਨ ਆਪਣੀਆਂ ਵਿੱਤੀ ਲੋੜਾਂ ਪੂਰਾ ਕਰ ਸਕੇ। ਅਮਰੀਕਾ ਦੇ ਸੀਨੀਅਰ ਸੰਕਰਾਮਕ ਰੋਗ ਮਾਹਰ ਡਾਕਟਰ ਐਂਥਨੀ ਫੌਚੀ ਨੇ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਇਸ ਵਾਰ ਆਉਣ ਵਾਲੀ ਸਰਦੀ ਵਿੱਚ ਅਮਰੀਕਾ ਨੂੰ ਕੋਰੋਨਾ ਤੋਂ ਰਾਹਤ ਮਿਲਣ ਵਾਲੀ ਹੈ। ਦਰਅਸਲ ਉਹਨਾਂ ਨੇ ਕਿਹਾ ਕਿ ਸਰਦੀ ਵਿੱਚ ਸਾਲ 2020 ਦੀ ਸਰਦੀ ਦੀ ਤੁਲਨਾ ਵਿੱਚ ਘੱਟ ਲੋਕਾਂ ਦੀ ਮੌਤ ਹੋਏਗੀ। ਫੌਚੀ ਨੇ ਕਿਹਾ ਕਿ ਟੀਕਾਕਰਨ ਦੇ ਬਾਅਦ ਤੋਂ ਲੋਕ ਘੱਟ ਗਿਣਤੀ ਵਿੱਚ ਹਸਪਤਾਲ ਵਿੱਚ ਭਰਤੀ ਹੋ ਰਹੇ ਨੇ ਅਤੇ ਮੌਤਾਂ ਵੀ ਘੱਟ ਹੋ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਸਰਦੀ ਆਉਣ ਤੱਕ ਕੋਰੋਨਾ ਨਾਲ ਹੋਣ ਵਾਲੀ ਮੌਤਾਂ ਦੀ ਗਿਣਤੀ ਹੋਰ ਘੱਟ ਹੋ ਜਾਏਗੀ। ਹਾਲਾਂਕਿ ਸਤੰਬਰ ਵਿੱਚ ਡਾਕਟਰ ਫੌਚੀ ਨੇ ਚੇਤਾਵਨੀ ਦਿੱਤੀ ਸੀ ਕਿ ਡੈਲਟਾ ਵੇਰੀਐਂਟ ਅਮਰੀਕਾ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ, ਜਿਸ ਨਾਲ ਅਮਰੀਕਾ ਵਿੱਚ ਨਵੇਂ ਮਾਮਲਿਆਂ ਦੀ ਹਿੱਸੇਦਾਰੀ 13.5% ਵੱਧ ਕੇ 98% ਤੋਂ ਜ਼ਿਆਦਾ ਹੋ ਗਈ। ਲੇਕਿਨ ਦੇਸ਼ ਵਿੱਚ ਜਿਵੇਂ-ਜਿਵੇਂ ਟੀਕਾਕਰਨ ਦੀ ਰਫ਼ਤਾਰ ਵੱਧ ਰਹੀ ਉਸੇ ਤਰ੍ਹਾਂ ਹੀ ਮਾਮਲੇ ਵੀ ਘੱਟ ਹੋ ਰਹੇ ਨੇ। ਡਾਕਟਰ ਫੌਚੀ ਨੇ ਕਿਹਾ ਕਿ ਅਮਰੀਕਾ ਵਿੱਚ ਅਨਵੈਕਸੀਨੇਟਡ ਆਬਾਦੀ ਵਿੱਚ ਡੈਲਟਾ ਵੇਰੀਐਂਟ ਫੈਲਣ ਦੇ ਕਾਰਨ ਮ੍ਰਿਤਕਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ, ਲੇਕਿਨ ਜੇਕਰ ਟੀਕਾਕਰਨ ਦੀ ਰਫ਼ਤਾਰ ਵਧਾਈ ਜਾਂਦੀ ਹੈ ਅਤੇ ਇਹਨਾਂ ਅਨਵੈਕਸੀਨੇਟਡ ਨੂੰ ਜਲਦ ਤੋਂ ਜਲਦ ਟੀਕਾ ਲਾਇਆ ਜਾਂਦਾ ਹੈ ਤਾਂ ਸਰਦੀ ਦੇ ਆਉਣ ਤੋਂ ਪਹਿਲਾਂ ਰਾਹਤ ਮਿਲ ਜਾਏਗੀ। ਹੌਪਕਿੰਸ ਯੂਨੀਵਰਸਿਟੀ ਅਨੁਸਾਰ ਨਵੇਂ ਅੰਕੜਿਆਂ ਦੇ ਅਨੁਸਾਰ ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ ਅਮਰੀਕਾ ਨੇ ਲਗਭਗ 4.5 ਕਰੋੜ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਅਤੇ ਮ੍ਰਿਤਕਾਂ ਦੀ ਗਿਣਤੀ 7.33 ਲੱਖ ਨੂੰ ਪਾਰ ਕਰ ਗਈ। ਨਿਊਯਾਰਕ ਵਿੱਚ 1 ਦਰਜਨ ਤੋਂ ਜ਼ਿਆਦਾ ਕਾਰੋਬਾਰੀਆਂ ਨੂੰ ਵੈਕਸੀਨ ਜ਼ਰੂਰਤ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਤੇ ਜੁਰਮਾਨਾ ਕੀਤਾ ਗਿਆ। ਹੁਣ ਤੱਕ ਨਿਰੀਖਣ ਕੀਤੇ ਗਏ 27,500 ਚੋਂ 14 ਕਾਰੋਬਾਰਾਂ ਨੂੰ ਟੀਕਾਕਰਨ ਦੇ ਨਵੇਂ ਨਿਯਮਾਂ ਦੀ ਉਲੰਘਣਾ ਕਰਨ ਦੇ ਕਾਰਨ $1,000 ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ 6,760 ਕਾਰੋਬਾਰਾਂ ਨੂੰ ਵੈਕਸੀਨ ਸੰਬੰਧੀ ਆਦੇਸ਼ ਨੂੰ ਲਾਗੂ ਕਰਨ 'ਚ ਸਫਲ ਰਹਿਣ ਤੇ ਚੇਤਾਵਨੀ ਦਿੱਤੀ ਗਈ ਸੀ। ਇਨ੍ਹਾਂ ਆਦੇਸ਼ਾਂ ਤਹਿਤ ਰੈਸਟੋਰੈਂਟਾਂ, ਬਾਰਾਂ, ਅਜਾਇਬ ਘਰਾਂ ਅਤੇ ਥੀਏਟਰਾਂ ਵਰਗੇ ਸਥਾਨਾਂ 'ਚ ਦਾਖਲ ਹੋਣ ਲਈ ਟੀਕਾਕਰਨ ਦੇ ਸਬੂਤ ਪੇਸ਼ ਕਰਨ ਦੀ ਲੋੜ ਹੁੰਦੀ ਹੈ। ਨਿਊਯਾਰਕ ਦੇ ਕਾਰੋਬਾਰ ਜੋ ਵੈਕਸੀਨ ਆਦੇਸ਼ ਦੀ ਅਣਦੇਖੀ ਕਰਦੇ ਹਨ ਨੂੰ ਚੇਤਾਵਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਪਹਿਲੇ ਅਪਰਾਧ ਲਈ $1,000, ਦੂਜੇ ਲਈ $2,000 ਅਤੇ ਫਿਰ ਹਰੇਕ ਵਾਧੂ ਉਲੰਘਣਾ ਲਈ $5,000 ਦਾ ਜੁਰਮਾਨਾ ਕੀਤਾ ਜਾਂਦਾ ਹੈ। ਅਮਰੀਕਾ ਦੇ ਓਰੇਗਨ 'ਚ ਪੁਲਿਸ ਅਧਿਕਾਰੀਆਂ ਦੁਆਰਾ ਛਾਪੇਮਾਰੀ 'ਚ ਵੱਡੀ ਮਾਤਰਾ 'ਚ ਭੰਗ ਦੇ ਪੌਦੇ ਜ਼ਬਤ ਕੀਤੇ ਗਏ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਧਿਕਾਰੀਆਂ ਨੇ 800 ਪੌਂਡ ਭੰਗ ਅਤੇ ਤਕਰੀਬਨ $2 ਮਿਲੀਅਨ ਦੇ ਭੰਗ ਦੀ ਖੇਤੀ ਨੂੰ ਸੰਬੰਧਿਤ ਉਪਕਰਨਾਂ ਨੂੰ ਵੀ ਜ਼ਬਤ ਕੀਤਾ। ਹਾਲਾਂਕਿ ਓਰੇਗਨ ਸਟੇਟ ਵਿੱਚ ਮਨੋਰੰਜਨ ਦੀ ਵਰਤੋਂ ਲਈ ਭੰਗ ਦੀ ਵਰਤੋਂ ਕਾਨੂੰਨੀ ਹੈ, ਪਰ 22 ਸਤੰਬਰ ਦੀ ਇਹ ਛਾਪੇਮਾਰੀ ਭੰਗ ਦੀ ਗੈਰ ਕਾਨੂੰਨੀ ਪੈਦਾਵਾਰ ਲਈ ਸੀ। ਭੰਗ ਅਤੇ ਇਸ ਦੀ ਪੈਦਾਵਾਰ ਨਾਲ ਸੰਬੰਧਿਤ ਉਪਕਰਨਾਂ ਤੋਂ ਇਲਾਵਾ ਨਾਰਥ ਪਲੈਨਜ਼ ਓਰੇਗਨ 'ਚ ਵੀ 29 ਏਕੜ ਦੀ ਜਾਇਦਾਦ 'ਚੋਂ 5,719 ਭੰਗ ਦੇ ਪੌਦੇ ਜ਼ਬਤ ਕੀਤੇ ਗਏ। ਪੁਲਿਸ ਵੱਲੋਂ ਇਸ ਸੰਬੰਧੀ ਫਿਲਹਾਲ ਕਿਸੇ ਗ੍ਰਿਫਤਾਰੀ ਦਾ ਐਲਾਨ ਨਹੀਂ ਕੀਤਾ ਗਿਆ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਆਪਣੀ ਸੇਵਾ ਨਿਭਾ ਰਹੇ ਮੀਡੀਆ ਕਰਮਚਾਰੀਆਂ ਭਾਵ ਪੱਤਰਕਾਰਾਂ ਦੀ ਸੁਰੱਖਿਆ ਕਰਨ ਲਈ ਬਿੱਲ ਤੇ ਦਸਤਖਤ ਕੀਤੇ ਹਨ। ਮਿਨੀਐਪੋਲਿਸ ਪੁਲਿਸ ਦੇ ਹੱਥੋਂ ਜਾਰਜ ਫਲਾਇਡ ਦੀ ਮੌਤ ਦੇ ਮੱਦੇਨਜ਼ਰ ਅਸ਼ਾਂਤੀ ਅਤੇ ਪ੍ਰਦਰਸ਼ਨਾਂ ਦੀ ਲਹਿਰ ਦੇ ਦੌਰਾਨ ਪੱਤਰਕਾਰਾਂ ਦੀ ਵੱਡੀ ਗਿਣਤੀ ਤੇ ਸੁਰੱਖਿਆ ਅਧਿਕਾਰੀਆਂ ਦੁਆਰਾ ਪੀਪਰ ਸਪਰੇਅ ਛਿੜਕਣ ਤੋਂ ਇਲਾਵਾ ਗ੍ਰਿਫਤਾਰ ਵੀ ਕੀਤਾ ਗਿਆ। ਨੈਸ਼ਨਲ ਐਸੋਸੀਏਸ਼ਨ ਆਫ ਹਿਸਪੈਨਿਕ ਜਰਨਲਿਸਟ ਦੇ ਅਨੁਸਾਰ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ਦੌਰਾਨ ਆਪਣੀਆਂ ਸੇਵਾਵਾਂ ਨਿਭਾ ਰਹੇ ਗੈਰ ਗੋਰੇ ਪੱਤਰਕਾਰ ਅਕਸਰ ਹਿੰਸਕ ਦਖਲ-ਅੰਦਾਜ਼ੀ ਦੇ ਸ਼ਿਕਾਰ ਹੁੰਦੇ ਨੇ। ਪ੍ਰਦਰਸ਼ਨਾਂ ਦੌਰਾਨ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਨੂੰ ਪੁਲਿਸ ਦੁਆਰਾ ਆਦੇਸ਼ ਦਿੱਤੇ ਜਾਣ ਤੇ ਖਿੰਡਾਉਣ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਨਿਊਸਮ ਦੁਆਰਾ ਹਸਤਾਖਰ ਕੀਤਾ ਬਿੱਲ SB 98 ਸਟੇਟ ਵਿੱਚ ਪੱਤਰਕਾਰਾਂ ਲਈ ਕਾਨੂੰਨੀ ਸੁਰੱਖਿਆ ਵਧਾਏਗਾ, ਜਿਸ ਦੇ ਤਹਿਤ ਪੱਤਰਕਾਰ ਬਿਨਾਂ ਡਰ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਆਪਣੀ ਡਿਊਟੀ ਨਿਭਾ ਸਕਣਗੇ। ਰਿਪੋਰਟਰਸ ਕਮੇਟੀ ਦੇ ਅਨੁਸਾਰ ਇਹ ਕਾਨੂੰਨ ਪੱਤਰਕਾਰਾਂ ਲਈ ਵਿਰੋਧ ਪ੍ਰਦਰਸ਼ਨਾਂ ਤੱਕ ਪਹੁੰਚਣ ਦੇ ਅਧਿਕਾਰ ਨੂੰ ਸਪਸ਼ਟ ਕਰਦਾ ਹੈ ਅਤੇ ਕਾਨੂੰਨੀ ਅਧਿਕਾਰੀਆਂ ਨੂੰ ਜਾਣ-ਬੁੱਝ ਕੇ ਹਮਲਾ ਕਰਨ ਜਾਂ ਖਬਰਾਂ ਨੂੰ ਇਕੱਠਾ ਕਰਨ ਵਿੱਚ ਰੁਕਾਵਟ ਪਾਉਣ ਤੋਂ ਰੋਕਦਾ ਹੈ। ਹਵਾਈ ਵਿੱਚ ਬਿਗ ਆਈਲੈਂਡ ਦੇ ਤੱਟ ਨੇੜੇ 6.1 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਟਾਪੂ ਨਿਵਾਸੀ ਘਬਰਾ ਕੇ ਆਪਣੇ ਘਰਾਂ ਵਿੱਚੋਂ ਬਾਹਰ ਨਿਕਲ ਆਏ ਅਤੇ ਭੂਚਾਲ ਦੇ ਝਟਕਿਆਂ ਨਾਲ ਘਰਾਂ ਦੇ ਅੰਦਰ ਸਮਾਨ ਡਿੱਗਣ ਲੱਗੇ। ਅਮਰੀਕੀ ਭੂ-ਗਰਭ ਸਰਵੇਖਣ ਨੇ ਐਤਵਾਰ ਨੂੰ ਦੱਸਿਆ ਕਿ ਭੂਚਾਲ ਕਰੀਬ 17 ਕਿਲੋਮੀਟਰ ਦੀ ਡੂੰਘਾਈ ਵਿੱਚ ਆਇਆ। ਹੋਨੂਲੂਲੂ ਵਿੱਚ ਰਾਸ਼ਟਰੀ ਮੌਸਮ ਸੇਵਾ ਨੇ ਦੱਸਿਆ ਕਿ ਭੂਚਾਲ ਨਾਲ ਸੁਨਾਮੀ ਦਾ ਕੋਈ ਖਤਰਾ ਨਹੀਂ। ਭੂਚਾਲ ਨਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਵੀ ਕੋਈ ਖਬਰ ਨਹੀਂ ਹੈ।
ਗੋਲਡਨ ਸਟੇਟ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੇ ਕੈਪੀਟਲ ਤੇ ਪੰਜਾਬੀ ਭਾਈਚਾਰੇ ਵੱਲੋਂ ਬੀਤੇ ਦਿਨੀ ਯੂਪੀ 'ਚ ਮਾਰੇ ਗਏ ਕਿਸਾਨਾਂ ਪ੍ਰਤੀ ਰੋਸ ਪ੍ਰਗਟ ਕਰਨ ਲਈ ਇਕੱਠ ਕੀਤਾ ਗਿਆ, ਜਿਸ ਦੌਰਾਨ ਦੂਰੋਂ ਨੇੜਿਓਂ ਆਏ ਬੁਲਾਰਿਆਂ ਨੇ ਹੁਣ ਤੱਕ ਮਾਰੇ ਗਏ ਕਿਸਾਨਾਂ ਤੇ ਯੂਪੀ ਵਿੱਚ ਸਿਆਸੀ ਲੋਕਾਂ ਵੱਲੋਂ ਕੀਤੇ ਗਏ ਕਿਸਾਨਾਂ ਦੇ ਕਤਲਾਂ ਪ੍ਰਤੀ ਦੁੱਖ ਪ੍ਰਗਟ ਕੀਤਾ। ਇਸ ਮੌਕੇ ਸਮਾਗਮ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ ਗਈ ਤੇ ਫਿਰ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਵਿਅਕਤ ਕੀਤੇ। ਇਸ ਮੌਕੇ ਹਰੀਪਾਲ ਸਿੰਘ ਸਹੋਤਾ ਨੇ ਪੰਜਾਬ ਦੇ ਇਤਿਹਾਸ ਨਾਲ ਇਸ ਘਟਨਾ ਨੂੰ ਜੋੜਦਿਆਂ ਕਿਹਾ ਕਿ 1947 ਦੀ ਘਟਨਾ ਵਿੱਚ ਸਿੱਖਾਂ ਸਿਰ ਮੜ ਦਿੱਤੀ ਗਈ ਹੈ ਤੇ ਜਿਸ ਦੌਰਾਨ ਲੱਖਾਂ ਸਿੱਖ ਮਰੇ ਤੇ ਨਨਕਾਣਾ ਸਾਹਿਬ ਦੇ ਘੱਲੂਘਾਰੇ ਦੌਰਾਨ ਤਾਂ ਸਿੱਖਾਂ ਦੀਆਂ ਅਜਿਹੀਆਂ ਕੋਈ ਮੰਗਾਂ ਨਹੀਂ ਸੀ, ਪਰ ਫਿਰ ਵੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਬਣ ਰਿਹਾ ਹੈ। ਇਸ ਦੌਰਾਨ ਕੁਲਜੀਤ ਸਿੰਘ ਨਿੱਜਰ ਇਤਿਹਾਸਕ ਗੁਰਦੁਆਰਾ ਸਟਾਕਟਨ ਨੇ ਕਿਹਾ ਕਿ ਭਾਵੇਂ ਜੋ ਮਰਜ਼ੀ ਕਿਹਾ ਜਾਵੇ ਪਰ ਕਤਲੇਆਮ ਸਿੱਖਾਂ ਦਾ ਹੀ ਹੋਣਾ ਹੈ। ਇਹ ਸਿਰਫ ਭਾਰਤ ਵਿੱਚ ਹੀ ਸੰਭਵ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਅੱਜ ਵੀ ਭਾਰਤ ਵਿੱਚ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ ਕਿਉਂਕਿ ਸਾਡਾ ਕੋਈ ਆਪਣਾ ਘਰ ਹੀ ਨਹੀਂ। ਸਿੱਖ ਆਗੂ ਸੇਜੋਨ ਸਿੰਘ ਗਿੱਲ ਨੇ ਭਾਰਤ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਗਿਣੀ ਮਿੱਥੀ ਸਾਜ਼ਿਸ਼ ਤਹਿਤ ਕੀਤੀਆਂ ਜਾਂਦੀਆਂ ਨੇ। ਉਹਨਾਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਪੰਜਾਬ ਦੇ ਕਿਸਾਨ ਮੋਰਚਿਆਂ 'ਚ ਹੋਰ ਸ਼ਾਮਲ ਹੋਣ ਤੇ ਪੈਸੇ ਦੀ ਮਦਦ ਨਿਰੰਤਰ ਕੀਤੀ ਜਾਵੇਗੀ। ਇਸ ਲਈ ਸਾਨੂੰ ਫੰਡ ਵੀ ਇਕੱਠੇ ਕਰਨੇ ਪਏ ਤਾਂ ਅਸੀਂ ਕਰਾਂਗੇ। ਉਹਨਾਂ ਸੋਸ਼ਲ ਮੀਡੀਆ ਨੂੰ ਭਰਪੂਰ ਵਰਤੋਂ 'ਚ ਲਿਆਉਣ ਲਈ ਕਿਹਾ। ਸਮਾਜਿਕ ਆਗੂ ਮਲਕੀਅਤ ਸਿੰਘ ਬੋਪਾਰਾਏ ਨੇ ਕਿਸਾਨਾਂ ਦੇ ਹੋਏ ਕਤਲੇਆਮਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਿਰਫ ਸਾਡੇ ਨਾਲ ਹੀ ਅਜਿਹਾ ਕਿਉਂ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸਮੈਨਾਂ ਨੂੰ ਪੜ੍ਹੇ ਲਿਖੇ ਭਾਈਚਾਰੇ ਵੱਲੋਂ ਲਿਖਿਆ ਜਾਣਾ ਚਾਹੀਦਾ ਹੈ। ਬਿਜ਼ਨਸਮੈਨ ਜਸਵੀਰ ਸਿੰਘ ਥਾਂਦੀ ਨੇ ਕਿਹਾ ਕਿ ਸਰਕਾਰ ਸਾਡੇ ਇਤਿਹਾਸ ਨੂੰ ਨਹੀਂ ਜਾਣਦੀ। ਸਾਡਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ। ਸਾਨੂੰ ਇਕੱਠੇ ਹੋ ਕੇ ਜਿੱਤ ਪ੍ਰਾਪਤ ਕਰਨ ਲਈ ਤਹਈਆ ਕਰਨਾ ਚਾਹੀਦਾ ਹੈ। ਇਜ਼ਰਾਈਲ ਨੇ ਇੱਕ ਵਾਰ ਮੁੜ ਤੋਂ ਸੀਰੀਆ ਤੇ ਹਵਾਈ ਹਮਲਾ ਕੀਤਾ, ਜਿਸ ਵਿੱਚ 2 ਵਿਦੇਸ਼ੀ ਲੜਾਕੇ ਮਾਰੇ ਗਏ। ਹਮਲੇ ਵਿੱਚ 6 ਸੀਰੀਆਈ ਸੈਨਿਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਬ੍ਰਿਟੇਨ ਦੀ ਬਾਰ ਮੋਨੀਟਰ ਮੁਤਾਬਕ ਇਜ਼ਰਾਈਲ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਏਅਰਪੋਰਟ ਤੇ ਮਿਜ਼ਾਈਲ ਦਾਗੀ। ਹਾਲਾਂਕਿ ਮ੍ਰਿਤਕਾਂ ਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਮਿਲ ਸਕੀ। ਸੀਰੀਆ ਦੀ ਸਰਕਾਰੀ ਮੀਡੀਆ ਸਨਾ ਮੁਤਾਬਕ ਹਮਲਾ ਸ਼ੁੱਕਰਵਾਰ ਰਾਤ 9 ਵਜੇ ਹੋਇਆ। ਇਜ਼ਰਾਈਲ ਵੱਲੋਂ T4 ਸੈਨਿਕ ਏਅਰ ਬੇਸ ਤੇ ਮਿਜ਼ਾਈਲ ਦਾਗੇ ਗਏ। ਇਸ ਵਿੱਚ 6 ਸੈਨਿਕ ਜ਼ਖਮੀ ਹੋਏ। ਉਹਨਾਂ ਨੇ ਦੱਸਿਆ ਕਿ ਇਜ਼ਰਾਈਲ ਨੇ ਇੱਕ ਡਰੋਨ ਡਿਪੂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲ ਦੇ ਡਿਫੈਂਸ ਅਫਸਰ ਨੇ ਹਮਲੇ ਦੀ ਗੱਲ ਮੰਨੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਵਿਦੇਸ਼ੀ ਮੀਡੀਆ ਰਿਪੋਰਟਾਂ ਤੇ ਟਿੱਪਣੀ ਨਹੀਂ ਕਰਦੇ। ਹਾਲਾਂਕਿ ਇਜ਼ਰਾਈਲ ਨੇ ਸੀਰੀਆ ਵਿੱਚ ਈਰਾਨ ਨਾਲ ਜੁੜੇ ਸੈਨਿਕ ਟਿਕਾਣਿਆਂ ਦੇ ਖਿਲਾਫ ਸੈਂਕੜੇ ਵਾਰ ਕਾਰਵਾਈ ਕੀਤੀ ਹੈ, ਲੇਕਿਨ ਕਦੇ ਵੀ ਉਸਨੇ ਹਮਲੇ ਕਰਨ ਨੂੰ ਸਵੀਕਾਰ ਨਹੀਂ ਕੀਤਾ। ਦੱਸ ਦਈਏ ਕਿ ਆਪਣੀ ਉੱਤਰੀ ਸਰਹੱਦ ਤੇ ਇਰਾਨੀ ਘੁਸਪੈਠ ਦਾ ਡਰ ਬਣ ਰਿਹਾ ਹੈ ਅਤੇ ਇਸ ਦੇ ਚੱਲਦੇ ਉਹ ਇਰਾਨੀ ਬੇਸ ਅਤੇ ਲੈਬਨਾਨੀ ਅੱਤਵਾਦੀ ਸੰਗਠਨ ਹਿਜ਼ਬੁੱਲਾ ਦੇ ਟਿਕਾਣਿਆਂ ਤੇ ਹਮਲਾ ਕਰਦਾ ਰਹਿੰਦਾ ਹੈ। ਤਾਲਿਬਾਨ ਦੇ ਹਮਲੇ ਤੋਂ ਪਹਿਲਾਂ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਤੋਂ ਭੱਜਦੇ ਹੋਏ ਸਾਰਾ ਪੈਸਾ ਆਪਣੇ ਨਾਲ ਲੈ ਗਏ ਸਨ। ਗਨੀ ਦੇ ਸੁਰੱਖਿਆ ਪ੍ਰਮੁੱਖ ਰਹੇ ਬ੍ਰਿਗੇਡੀਅਰ ਜਨਰਲ ਪਿਰਾਜ਼ ਅਤਾ ਸ਼ਰੀਫ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਕੋਲ ਗਨੀ ਦੇ ਪੈਸੇ ਲੈ ਕੇ ਭੱਜਣ ਦੀ CCTV ਫੁਟੇਜ ਹੈ। ਜੇਕਰ ਬ੍ਰਿਟੇਨ ਜਾਂ ਅਮਰੀਕਾ ਵਰਗਾ ਕੋਈ ਦੇਸ਼ ਉਹਨਾਂ ਨੂੰ ਬਚਾ ਸਕਦਾ ਹੈ ਤਾਂ ਉਹ ਇਸ ਸਬੂਤ ਨੂੰ ਜਨਤਕ ਕਰਨ ਨੂੰ ਤਿਆਰ ਨੇ। ਬ੍ਰਿਗੇਡੀਅਰ ਜਨਰਲ ਪਿਰਾਜ਼ ਦੇ ਸਿਰ ਤੇ ਤਾਲਿਬਾਨ ਨੇ ਉਹਨਾਂ ਦੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ। ਕੈਨੇਡਾ 'ਚ ਹਥਿਆਰਾਂ ਦੀ ਨੋਕ ਤੇ ਵਾਹਨ ਤੇ ਹੋਰ ਇਲੈਕਟ੍ਰੋਨਿਕ ਸਮਾਨ ਲੁੱਟ ਕੇ ਫਰਾਰ ਹੋਏ ਬਰੈਂਪਟਨ ਦੇ 3 ਪੰਜਾਬੀ ਨੌਜਵਾਨਾਂ ਨੂੰ ਓਨਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਜਦਕਿ ਚੌਥੇ ਸ਼ੱਕੀ ਦੀ ਭਾਲ ਕੀਤੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਸਿਮਰਨਜੀਤ ਨਾਰੰਗ, ਦਵਿੰਦਰ ਮਾਨ ਤੇ ਆਦੀਸ਼ ਸ਼ਰਮਾ ਵਜੋਂ ਹੋਈ, ਜਿਨ੍ਹਾਂ ਨੇ ਲੁੱਟ-ਖੋਹ ਕਰਨ ਦੇ ਦੋਸ਼ ਆਇਦ ਕੀਤੇ ਗਏ। ਓਨਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਪੀੜਤ ਵਿਅਕਤੀ 9 ਅਕਤੂਬਰ ਨੂੰ ਰਾਤ ਲਗਭਗ 8 ਵਜੇ ਆਪਣੇ ਵਾਹਨ ਤੇ ਬਰੈਂਪਟਨ ਦੇ ਵਿਲੀਅਨ ਪਾਰਕਵੇ ਅਤੇ ਐਲਬਰਨ ਮਾਰਕਲ ਡਰਾਈਵ ਖੇਤਰ ਵਿੱਚ ਜਾ ਰਿਹਾ ਸੀ। ਇਸ ਦੇ ਦੌਰਾਨ ਉਸਨੇ ਵਾਹਨ ਨੂੰ ਪਿੱਛੋਂ ਇੱਕ SUV ਨੇ ਜਾਣਬੁੱਝ ਕੇ ਟੱਕਰ ਮਾਰ ਦਿੱਤੀ। ਇਸ ਤੇ ਉਹ ਡਰ ਗਿਆ ਤੇ ਉਸਨੇ ਆਪਣੇ ਘਰ ਵੱਲ ਵਾਹਨ ਭਜਾਉਣ ਦਾ ਯਤਨ ਕੀਤਾ, ਪਰ SUV ਵਿੱਚ ਸਵਾਰ 4 ਸ਼ੱਕੀਆਂ ਨੇ ਉਸਦਾ ਪਿੱਛਾ ਕੀਤਾ ਤੇ ਹਥਿਆਰਾਂ ਦੀ ਨੋਕ ਤੇ ਉਸ ਕੋਲੋਂ ਉਸਦਾ ਵਾਹਨ ਤੇ ਉਸ ਵਿੱਚ ਪਿਆ ਲੈਪਟਾਪ ਤੇ ਹੋਰ ਇਲੈਕਟ੍ਰੋਨਿਕ ਸਮਾਨ ਲੁੱਟ ਕੇ ਫਰਾਰ ਹੋ ਗਏ। ਜਿਹੜੀ SUV ਉਹ ਲੈ ਕੇ ਆਈ ਸੀ ਉਹ ਵੀ ਚੋਰੀ ਦੀ ਹੀ ਦੱਸੀ ਜਾ ਰਹੀ ਹੈ। ਫਿਰੋਜ਼ਪੁਰ ਸ਼ਹਿਰ ਦੇ ਇੱਛੇਵਾੜਾ ਰੋਡ ਵਾਸੀ ਤਕਰੀਬਨ 22 ਸਾਲਾ ਨੌਜਵਾਨ ਨਿਤਿਨ ਸ਼ਰਮਾ ਪੁੱਤਰ ਅਸ਼ੋਕ ਸ਼ਰਮਾ ਦੀ ਕੈਨੇਡਾ ਦੇ ਇੱਕ ਹਸਪਤਾਲ ਵਿੱਚ ਭੇਤ ਭਰੀ ਹਾਲਤ 'ਚ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨਿਤਿਨ ਦੀ ਲਾਸ਼ ਆਸਟ੍ਰੇਲੀਅਨ ਹੈਲਥ ਪਾਰਟਨਰਸ ਹਸਪਤਾਲ ਮਿਸਿਸਾਗਾ 'ਚ ਰੱਖੀ ਗਈ ਹੈ। ਉਸ ਦੀ ਲਾਸ਼ ਫਿਰੋਜ਼ਪੁਰ ਲਿਆਉਣ ਲਈ ਤਕਰੀਬਨ $22,000 ਜਮ੍ਹਾਂ ਹੋਣੇ ਤੇ ਉਹਨਾਂ ਦੇ ਦੋਸਤ ਪੈਸੇ ਇਕੱਠੇ ਕਰਕੇ
ਲਾਸ਼ ਫਿਰੋਜ਼ਪੁਰ ਮੰਗਵਾਉਣ ਦੀ ਤਿਆਰੀ ਕਰ ਰਹੇ ਨੇ। $22,000 ਜਮ੍ਹਾਂ ਕਰਵਾਉਣ 'ਚ ਕੈਨੇਡਾ ਵਿੱਚ ਰਹਿੰਦੇ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਸਹਿਯੋਗ ਦੇ ਰਹੇ ਨੇ। ਉਸਦੇ ਦੋਸਤਾਂ ਨੇ ਇੱਕ ਪੇਜ ਬਣਾਇਆ ਹੈ ਜਿਸ ਵਿੱਚ ਲੋਕਾਂ ਤੋਂ ਲਾਸ਼ ਭਾਰਤ ਭੇਜਣ ਲਈ ਮਦਦ ਮੰਗੀ ਜਾ ਰਹੀ। ਨਿਤਨ ਦੇ ਪਿਤਾ ਅਸ਼ੋਕ ਸ਼ਰਮਾ ਦੇ ਘਰ 'ਚ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਪਰਿਵਾਰਕ ਮੈਂਬਰਾਂ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਆਪਣੇ ਬੱਚੇ ਨੂੰ ਕੈਨੇਡਾ ਭੇਜਦੇ ਸਮੇਂ ਇਸ ਪਰਿਵਾਰ ਨੇ ਜੋ ਸੁਪਨੇ ਦੇਖੇ ਸੀ ਉਹ ਸਾਰੇ ਇੱਕ ਪਲ 'ਚ ਹੀ ਚਕਨਾਚੂਰ ਹੋ ਗਏ। ਨਿਤਨ ਦੇ ਪਿਤਾ ਨੇ ਦੱਸਿਆ ਕਿ ਕੈਨੇਡਾ 'ਚ ਰਹਿੰਦੇ ਕੁਝ ਲੜਕੇ ਜੋ ਪਹਿਲਾਂ ਤਕਰੀਬਨ 3 ਮਹੀਨੇ ਉਸਦੇ ਨਾਲ ਇੱਕ ਹੀ ਕਮਰੇ 'ਚ ਰਹਿ ਰਹੇ, ਉਹਨਾਂ ਨੇ ਨਿਤਨ ਨਾਲ ਕੁੱਟਮਾਰ ਕੀਤੀ ਤੇ ਉਸਦੇ ਘਰ ਵਿੱਚ ਉਸਨੂੰ ਹੇਠਾਂ ਬੁਲਾ ਕੇ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ। ਇਹ ਲੜਕੇ ਤਲਵਾਰਾਂ ਦਿਖਾ ਕੇ ਨਿਤਨ ਤੋਂ ਪੈਸੇ ਮੰਗਦੇ ਅਤੇ ਉਸਨੂੰ ਮੋਬਾਈਲ ਫੋਨ ਜਾਂ ਪਾਸਵਰਡ ਦੇਣ ਲਈ ਮਜਬੂਰ ਕਰਦੇ ਸਨ। ਉਸ ਸਮੇਂ ਜ਼ਖਮੀ ਹੋਏ ਨਿਤਨ ਨੂੰ ਟ੍ਰਿਲੀਅਮ ਹੈਲਥ ਪਾਰਟਨਰਸ ਮਿਸਿਸਾਗਾ 'ਚ ਦਾਖਲ ਕਰਵਾਇਆ ਗਿਆ ਸੀ ਅਤੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੀ। ਅਸ਼ੋਕ ਸ਼ਰਮਾ ਨੇ ਦੱਸਿਆ ਕਿ ਛੁੱਟੀ ਮਿਲਣ ਤੋਂ ਬਾਅਦ ਵੀ ਨਿਤਨ 'ਚ ਸਿਰ ਦਰਦ ਰਹਿੰਦਾ ਸੀ ਅਤੇ ਜਦੋਂ ਉਹ ਦੁਬਾਰਾ ਚੈੱਕਅਪ ਲਈ ਹਸਪਤਾਲ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਸਿਰ 'ਚ ਸੱਟ ਲੱਗੀ ਹੋਣ ਕਾਰਨ ਉਸ ਦੇ ਬ੍ਰੇਨ 'ਚ ਮੁਸ਼ਕਿਲ ਪੇਸ਼ ਆ ਰਹੀ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਦੇ ਅਨੁਸਾਰ ਹਮਲਾ ਕਰਨ ਵਾਲੇ ਇਹ ਲੜਕੇ ਨਿਤਨ ਨੂੰ ਤੰਗ ਪਰੇਸ਼ਾਨ ਕਰਦੇ ਸਨ ਤੇ ਉਸ ਨੂੰ ਕੁਝ ਦਿਨਾਂ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਉਸਨੇ ਦੱਸਿਆ ਕਿ ਹੁਣ ਜਦੋਂ ਨਿਤਨ ਨੂੰ ਫਿਰ ਤੋਂ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਉਸਦੀ MRI ਹੋਈ ਅਤੇ ਉਸਦੇ ਬ੍ਰੇਨ ਦੀ ਸਰਜਰੀ ਕਰਨੀ ਪਈ। ਉਹਨਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹਨਾਂ ਦੇ ਬੇਟੇ ਦੇ ਸਿਰ 'ਚ ਲੱਗੀਆਂ ਸੱਟਾਂ ਕਾਰਨ ਮੌਤ ਹੋਈ ਹੈ ਅਤੇ ਹਮਲਾ ਕਰਨ ਵਾਲੇ ਉਹ ਸਾਰੇ ਲੜਕੇ ਨਿਤਨ ਦੀ ਮੌਤ ਲਈ ਜ਼ਿੰਮੇਵਾਰ ਹਨ ਤੇ ਸਾਰੇ ਲੜਕੇ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਜੋ ਇਸ ਸਮੇਂ ਕੈਨੇਡਾ 'ਚ ਹਨ। ਉੱਤਰੀ ਚੀਨ ਦੇ ਸਾਕਾਂਸੀ ਸੂਬੇ ਵਿੱਚ ਭਾਰੀ ਮੀਂਹ ਅਤੇ ਹੜ੍ਹ ਨੇ 1.76 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕੀਤਾ। ਚੀਨ ਦੇ ਰਾਜ ਮੀਡੀਆ ਦੇ ਅਨੁਸਾਰ ਕੁੱਲ 1,20,000 ਨੂੰ ਹੋਰ ਥਾਵਾਂ ਤੇ ਲਿਜਾਇਆ ਗਿਆ ਅਤੇ 1,79,973 ਹੈਕਟੇਅਰ ਫਸਲ ਨੂੰ ਨੁਕਸਾਨ ਪਹੁੰਚਿਆ। ਇਸ ਵਿਚਾਲੇ ਸਮਾਚਾਰ ਏਜੰਸੀ ਸਿਹੁਆ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ 17,000 ਤੋਂ ਜ਼ਿਆਦਾ ਘਰ ਢਹਿ ਗਏ ਨੇ। ਦੱਸਿਆ ਗਿਆ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਸੂਬੇ ਵਿੱਚ ਔਸਤਨ 1856 ਮਿਲੀਮੀਟਰ ਵਰਖਾ ਹੋਈ। ਇਸ ਦੇ ਤੁਲਨਾ ਵਿੱਚ 1981 ਤੋਂ 2010 ਤੱਕ ਅਕਤੂਬਰ ਵਿੱਚ ਤਾਈਵਾਨ ਦੀ ਔਸਤ ਮਾਸਿਕ ਵਰਖਾ ਲਗਭਗ 25 ਮਿਲੀਮੀਟਰ ਰਹੀ। ਲਿਨਫੇਨ, ਲੂਲਿਆਂਗ ਅਤੇ ਸ਼ਿੰਚੋ ਜਿਹੇ ਹੋਰ ਸ਼ਹਿਰਾਂ ਵਿੱਚ ਪਿਛਲੇ ਸਾਲਾਂ ਵਿੱਚ ਅਕਤੂਬਰ ਵਿੱਚ ਔਸਤ ਵਰਖਾ 50 ਮਿਲੀਮੀਟਰ ਤੋਂ ਘੱਟ ਦੇਖੀ ਗਈ। ਰਿਪੋਰਟਾਂ ਮੁਤਾਬਕ ਮੰਗਲਵਾਰ ਨੂੰ ਸਾਕਾਂਸੀ ਸੂਬੇ ਵਿੱਚ ਜ਼ਮੀਨ ਖਿਸਕਣ ਕਾਰਨ 4 ਟ੍ਰੈਫਿਕ ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ। ਸਾਕਾਂਸੀ ਵਿੱਚ ਹੜ੍ਹ ਦਾ ਦਾਇਰਾ ਗਰਮੀਆਂ ਵਿੱਚ ਮੱਧ ਚੀਨ ਦੇ ਹੈਨਾਨ ਸੂਬੇ ਵਿੱਚ ਵਿਨਾਸ਼ਕਾਰੀ ਬਾਰਿਸ਼ ਤੇ ਤੂਫਾਨ ਤੋਂ ਜ਼ਿਆਦਾ ਹੋ ਸਕਦੀ ਹੈ ਜਿਸ ਨੇ ਅਗਸਤ ਦੇ ਸ਼ੁਰੂਆਤ ਵਿੱਚ 300 ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ ਸੀ, ਲੇਕਿਨ ਹੁਣ ਤੱਕ ਪ੍ਰਭਾਵ ਦੇਖਿਆ ਗਿਆ ਹੈ। ਆਪਦਾ ਰਾਹਤ ਮਾਹਰਾਂ ਨੇ ਅਜਿਹਾ ਕਿਹਾ ਹੈ। ਚੀਨ ਮੌਸਮ ਵਿਗਿਆਨ ਪ੍ਰਸ਼ਾਸਨ ਨੇ ਜ਼ਿਕਰ ਕੀਤਾ ਕਿ ਭਾਰੀ ਵਰਖਾ ਤੇ ਮੌਸਮ ਨਾਲ ਜੁੜੀ ਪਰੇਸ਼ਾਨੀ ਨੇ ਸਾਕਾਂਸੀ ਵਿੱਚ ਬਚਾਅ ਕੋਸ਼ਿਸ਼ਾਂ ਦੇ ਲਈ ਮੁਸ਼ਕਲਾਂ ਖੜੀਆਂ ਕੀਤੀਆਂ। ਦੱਸ ਦਈਏ ਕਿ ਹਰ ਸਾਲ ਮੌਸਮੀ ਹੜ੍ਹ ਚੀਨ ਦੇ ਵਿਸ਼ਾਲ ਖੇਤਰ ਨੂੰ ਪ੍ਰਭਾਵਿਤ ਕਰਦੀ ਹੈ, ਖਾਸ ਕਰਕੇ ਦੇਸ਼ ਦੇ ਮੱਧ ਅਤੇ ਦੱਖਣੀ ਖੇਤਰਾਂ ਵਿੱਚ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰਨ ਕੌਰ ਮਾਨ ਨੂੰ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।